ਪਿਆਰੇ ਵਿਦਿਆਰਥੀਓ, ਅੱਜ ਅਸੀਂ ਕਰਨ ਜਾ ਰਹੇ ਹਾਂ ਵਿਗਿਆਨ ਵਿਸ਼ੇ ਦਾ 9ਵੀਂ ਜਮਾਤ ਦਾ ਅਧਿਆਇ 8 ਗਤੀ ਦੇ ਅਭਿਆਸ ਅਤੇ ਕੁਝ ਹੋਰ ਮਹੱਤਵਪੂਰਨ ਪ੍ਰਸ਼ਨਾਂ ਦੇ ਉੱਤਰ। ਪ੍ਰਸ਼ਨ ਨੰਬਰ 1। ਇੱਕ ਐਥਲੀਟ 200 ਮੀਟਰ ਵਿਆਸ ਵਾਲੇ ਇੱਕ ਵ੍ਰਿਤੀ ਚੱਕਰਾਕਾਰ ਪਥ ਦਾ ਇੱਕ ਪੂਰਾ ਚੱਕਰ 40 ਸੈਕਿੰਡ ਵਿੱਚ ਲਗਾਉਂਦਾ ਹੈ। 2 ਮਿੰਟ 20 ਸੈਕਿੰਡ ਦੇ ਬਾਅਦ ਉਹ ਕਿੰਨੀ ਦੂਰੀ ਤੈਅ ਕਰੇਗਾ ਅਤੇ ਉਸ ਦਾ ਵਿਸਥਾਪਨ ਕਿੰਨਾ ਹੋਵੇਗਾ। ਇਹ ਇੱਕ ਨੂਮੈਰੀਕਲ ਹੈ ਪਿਆਰੇ ਵਿਦਿਆਰਥੀਓ। ਆਓ ਜਾਣੀਏ ਇਹਦਾ ਉੱਤਰ ਅਸੀਂ ਕਿਸ ਤਰ੍ਹਾਂ ਲਿਖਾਂਗੇ। ਇਸ ਨੂਮੈਰੀਕਲ 'ਚ ਦੇਖੋ, ਕੁੱਲ ਸਮਾਂ ਬਰਾਬਰ ਹੈ 2 ਮਿੰਟ 20 ਸੈਕਿੰਡ। ਜਿੱਦਾਂ ਕਿ ਤੁਸੀਂ ਜਾਣਦੇ ਹੀ ਹੋ 1 ਮਿੰਟ 'ਚ 60 ਸੈਕਿੰਡ ਹੁੰਦੇ ਨੇ, ਅਤੇ 2 ਮਿੰਟ 'ਚ ਹੋ ਗਏ 120 ਸੈਕਿੰਡ, ਅਤੇ 20 ਸੈਕਿੰਡ ਹੋਰ ਨੇ, ਅਤੇ ਟੋਟਲ ਹੋ ਗਏ 140 ਸੈਕਿੰਡ। ਚੱਕਰਾਕਾਰ ਪਥ ਦਾ ਵਿਆਸ ਬਰਾਬਰ 200 ਮੀਟਰ ਹੈ। ਚੱਕਰਾਕਾਰ ਪਥ ਦਾ ਅਰਧ ਵਿਆਸ ਫਿਰ ਕਿੰਨਾ ਹੋਏਗਾ? ਅਰਧ ਮਤਲਬ ਅੱਧਾ ਵਿਆਸ 100 ਮੀਟਰ। ਇੱਕ ਚੱਕਰ ਪੂਰਾ ਕਰਨ ਲਈ ਲੱਗਾ ਸਮਾਂ 40 ਸੈਕਿੰਡ ਹੈ। 140 ਸੈਕਿੰਡ ਵਿੱਚ ਐਥਲੀਟ ਜਿੰਨੇ ਚੱਕਰ ਪੂਰੇ ਕਰੇਗਾ ਬਰਾਬਰ 3.5 ਚੱਕਰ। ਦੇਖੋ, 40 ਸੈਕਿੰਡ 'ਚ ਇੱਕ ਚੱਕਰ ਪੂਰਾ ਕਰਦਾ, 80 ਸੈਕਿੰਡ 'ਚ 2, 120 ਸੈਕਿੰਡ 'ਚ 3, ਅਤੇ ਬਾਕੀ ਰਹਿ ਗਏ ਸਾਡੇ 20 ਸੈਕਿੰਡ ਜਿਹੜੇ ਨੇ, ਉਹਦੇ 'ਚ ਫਿਰ 0.5 ਮਤਲਬ ਅੱਧਾ ਚੱਕਰ ਹੀ ਪੂਰਾ ਹੋਏਗਾ। ਇਸ ਲਈ 140 ਸੈਕਿੰਡ ਵਿੱਚ ਐਥਲੀਟ ਜਿਹੜਾ ਉਹ 3.5 ਚੱਕਰ ਪੂਰੇ ਕਰੇਗਾ। 140 ਸੈਕਿੰਡ ਵਿੱਚ ਐਥਲੀਟ ਦੁਆਰਾ ਤੈਅ ਕੀਤੀ ਦੂਰੀ ਬਰਾਬਰ ਫਾਰਮੂਲਾ 2πr, 2 ਗੁਣਾ ਪਾਈ ਦਾ ਮੁੱਲ ਭਰਿਆ 3.14 ਅਤੇ ਆਰ ਦਾ 3.5 ਗੁਣਾ 100। 100 ਨਾਲ ਆਪਾਂ ਗੁਣਾ ਕਿਉਂ ਕੀਤੀ ਹੈ? ਕਿਉਂਕਿ ਆਰ ਦਾ ਮੁੱਲ 100 ਹੈ, ਅਤੇ ਇਹ 3.5 ਨਾਲ ਗੁਣਾ ਕਿਉਂ ਕੀਤੀ ਹੈ? ਕਿਉਂਕਿ 3.5 ਚੱਕਰ ਜਿਹੜੇ ਨੇ ਪੂਰੇ ਕੀਤੇ ਜਾ ਰਹੇ ਨੇ। ਇੱਕ ਚੱਕਰ ਨੂੰ 2πr ਨਾਲ ਅਤੇ 3.5 ਨੂੰ 3.5 ਨਾਲ ਗੁਣਾ ਕਰਨੀ ਪਏਗੀ, ਅਤੇ ਇਹਦਾ ਜੇ ਆਪਾਂ ਉੱਤਰ ਕੱਢੀਏ ਤਾਂ 2200 ਮੀਟਰ ਉੱਤਰ ਆਉਂਦਾ ਇਹਦਾ। ਅਤੇ ਜਿਹੜਾ ਵਿਸਥਾਪਨ ਹੈ 140 ਸੈਕਿੰਡ ਵਿੱਚ ਐਥਲੀਟ ਦੁਆਰਾ ਤੈਅ ਕੀਤਾ ਵਿਸਥਾਪਨ, ਉਹ ਬਰਾਬਰ ਕਿਹਦੇ ਆ? ਚੱਕਰਾਕਾਰ ਪਥ ਦਾ ਵਿਆਸ। ਜੀ ਅਰਧ ਵਿਆਸ 100 ਅਤੇ ਵਿਆਸ ਕਿੰਨਾ? 200 ਮੀਟਰ। ਪ੍ਰਸ਼ਨ ਨੰਬਰ 2। 300 ਮੀਟਰ ਸਰਲ ਰੇਖੀ ਪਥ ਜੋਸਫ ਜਾਗਿੰਗ ਕਰਦਿਆਂ ਹੋਇਆਂ 2 ਮਿੰਟ 30 ਸੈਕਿੰਡ ਵਿੱਚ ਇੱਕ ਸਿਰੇ A ਤੋਂ ਦੂਜੇ ਸਿਰੇ B ਤੱਕ ਪਹੁੰਚਦਾ ਹੈ ਅਤੇ ਘੁੰਮ ਕੇ 1 ਮਿੰਟ ਵਿੱਚ 100 ਮੀਟਰ ਪਿੱਛੇ ਬਿੰਦੂ C ਤੇ ਪਹੁੰਚਦਾ ਹੈ। ਜੋਸਫ ਦੀ ਔਸਤ ਚਾਲ ਅਤੇ ਔਸਤ ਵੇਗ ਕਿੰਨਾ ਹੋਵੇਗਾ? ਊੜਾ ਭਾਗ ਸਿਰੇ A ਤੋਂ ਸਿਰੇ B ਤੱਕ, ਐੜਾ ਭਾਗ ਸਿਰੇ A ਤੋਂ ਸਿਰੇ C ਤੱਕ। ਆਓ ਇਸ ਨੂਮੈਰੀਕਲ ਦਾ ਉੱਤਰ ਜਾਣੀਏ ਕਿੱਦਾਂ ਹੋਏਗਾ। ਊੜਾ ਭਾਗ ਸਿਰੇ A ਤੋਂ ਸਿਰੇ B ਤੱਕ ਤੈਅ ਕੀਤੀ ਦੂਰੀ ਬਰਾਬਰ 300 ਮੀਟਰ ਹੈ, ਅਤੇ ਵਿਸਥਾਪਨ ਵੀ ਕਿੰਨਾ ਹੈ? 300 ਮੀਟਰ। ਸਮਾਂ 2 ਮਿੰਟ 30 ਸੈਕਿੰਡ। 1 ਮਿੰਟ 'ਚ 60 ਸੈਕਿੰਡ ਹੁੰਦੇ ਨੇ, 2 ਮਿੰਟ 'ਚ 120 ਸੈਕਿੰਡ ਹੋ ਗਏ, ਅਤੇ 30 ਸੈਕਿੰਡ ਹੋਰ ਨੇ, ਅਤੇ ਕੁੱਲ ਬਣ ਗਏ 150 ਸੈਕਿੰਡ, 150 ਸੈਕਿੰਡ। ਔਸਤ ਚਾਲ ਬਰਾਬਰ ਕੁੱਲ ਤੈਅ ਕੀਤੀ ਦੂਰੀ ਬਟਾ ਕੁੱਲ ਲੱਗਿਆ ਸਮਾਂ। ਇਹ ਫਾਰਮੂਲਾ ਹੈ। ਇਸ ਲਈ ਔਸਤ ਚਾਲ 300/150 ਬਰਾਬਰ 2 ਮੀਟਰ ਪ੍ਰਤੀ ਸੈਕਿੰਡ ਹੋਏਗਾ। ਔਸਤ ਵੇਗ ਕੁੱਲ ਵਿਸਥਾਪਨ ਬਟਾ ਕੁੱਲ ਲੱਗਿਆ ਸਮਾਂ, ਅਤੇ ਇਹ ਕਿੰਨਾ ਹੋਏਗਾ ਔਸਤ ਵੇਗ? ਫਿਰ 300/150 ਬਰਾਬਰ 2 ਮੀਟਰ ਪ੍ਰਤੀ ਸੈਕਿੰਡ। ਐੜਾ ਭਾਗ ਸਿਰੇ A ਤੋਂ ਸਿਰੇ C ਤੱਕ ਤੈਅ ਕੀਤੀ ਦੂਰੀ। ਦੇਖੋ, 300 ਮੀਟਰ ਜੋਸਫ ਅੱਗੇ ਗਿਆ ਸੀ, 100 ਮੀਟਰ ਫਿਰ ਉਹ ਪਿੱਛੇ ਆਇਆ C ਤੱਕ, ਅਤੇ ਕੁੱਲ ਉਹਦੀ ਤੈਅ ਦੂਰੀ ਜਿਹੜੀ ਹੈ 400 ਮੀਟਰ ਹੋ ਗਈ। ਪਰ ਵਿਸਥਾਪਨ ਜਿਹੜਾ ਉਹ 300 ਅੱਗੇ ਜਾ ਕੇ 100 ਮਗਰ ਨੂੰ ਆਇਆ, ਅਤੇ ਉਹਦਾ ਵਿਸਥਾਪਨ 200 ਮੀਟਰ ਹੋਏਗਾ। ਸਮਾਂ 2 ਮਿੰਟ 30 ਸੈਕਿੰਡ ਉਹ ਅੱਗੇ ਜਾਣ ਲਈ ਲਗਾਏ ਉਹਨੇ, ਜਮਾ 1 ਮਿੰਟ ਮਗਰ ਆਉਣ ਲਈ ਲਗਾਏ, ਅਤੇ ਕੁੱਲ ਹੋ ਗਏ ਉਹਦੇ 3 ਮਿੰਟ 30 ਸੈਕਿੰਡ। ਮਤਲਬ 150 ਜਮਾ 60 ਬਰਾਬਰ 210 ਸੈਕਿੰਡ ਉਹਨੂੰ ਕੁੱਲ ਸਮਾਂ ਲੱਗਿਆ ਇਸ ਵਿਸਥਾਪਨ ਨੂੰ ਕਰਨ ਲਈ, ਇਸ ਦੂਰੀ ਨੂੰ ਤੈਅ ਕਰਨ ਲਈ। ਔਸਤ ਚਾਲ ਦਾ ਫਾਰਮੂਲਾ ਕੁੱਲ ਤੈਅ ਕੀਤੀ ਦੂਰੀ ਬਟਾ ਕੁੱਲ ਲੱਗਿਆ ਸਮਾਂ। ਇਸ ਲਈ ਔਸਤ ਚਾਲ 400/210। ਜੇ 400 ਨੂੰ 210 ਨਾਲ ਭਾਗ ਦਈਏ ਤਾਂ 1.90 ਮੀਟਰ ਪ੍ਰਤੀ ਸੈਕਿੰਡ। ਇਹ ਸਾਡਾ ਔਸਤ ਚਾਲ ਦਾ ਉੱਤਰ ਹੈ। ਔਸਤ ਵੇਗ ਕੁੱਲ ਵਿਸਥਾਪਨ ਬਟਾ ਕੁੱਲ ਲੱਗਿਆ ਸਮਾਂ। ਇਸ ਲਈ ਔਸਤ ਵੇਗ ਹੋਏਗੀ 200/210 ਬਰਾਬਰ 0.95
ਮੀਟਰ ਪ੍ਰਤੀ ਸੈਕਿੰਡ। ਪ੍ਰਸ਼ਨ ਨੰਬਰ 3, ਅਬਦੁਲ ਗੱਡੀ 'ਤੇ ਸਕੂਲ ਜਾਂਦਿਆਂ ਹੋਇਆਂ ਆਪਣੀ ਔਸਤ ਚਾਲ ਨੂੰ 20 ਕਿਲੋਮੀਟਰ ਪ੍ਰਤੀ ਆਰ ਪੜ੍ਹਦਾ ਹੈ। ਵਾਪਸੀ ਵੇਲੇ ਘੱਟ ਭੀੜ ਹੋਣ ਕਾਰਨ ਉਸ ਦੀ ਔਸਤ ਚਾਲ 30 ਕਿਲੋਮੀਟਰ ਪ੍ਰਤੀ ਆਰ ਹੈ। ਅਬਦੁਲ ਦੀ ਇਸ ਪੂਰੀ ਯਾਤਰਾ ਵਿੱਚ ਔਸਤ ਚਾਲ ਪਤਾ ਕਰੋ। ਇਸ ਨੂਮੈਰੀਕਲ ਦਾ ਉੱਤਰ ਇਸ ਤਰ੍ਹਾਂ ਹੋਏਗਾ। ਮੰਨ ਲਓ ਕੁੱਲ ਦੂਰੀ x ਕਿਲੋਮੀਟਰ ਹੈ। 20 ਕਿਲੋਮੀਟਰ ਪ੍ਰਤੀ ਆਰ ਦੀ ਚਾਲ 'ਤੇ ਸਕੂਲ ਜਾਣ ਸਮੇਂ ਲੱਗਿਆ ਸਮਾਂ ਬਰਾਬਰ ਕਿੰਨਾ ਹੋਏਗਾ ਫਿਰ x/20। 30 ਕਿਲੋਮੀਟਰ ਪ੍ਰਤੀ ਆਰ ਦੀ ਚਾਲ 'ਤੇ ਸਕੂਲ ਤੋਂ ਵਾਪਸੀ ਦਾ ਲੱਗਿਆ ਸਮਾਂ x/30 ਹੋਏਗਾ, ਕਿਉਂਕਿ 30 ਕਿਲੋਮੀਟਰ ਪ੍ਰਤੀ ਆਰ ਦੀ ਸਪੀਡ ਨਾਲ ਉਹ ਵਾਪਸ ਆਇਆ ਸੀ। ਕੁੱਲ ਲੱਗਿਆ ਸਮਾਂ x/20 ਜਮ੍ਹਾਂ x/30 ਬਰਾਬਰ, ਜੇ ਇਹਨੂੰ ਹੱਲ ਕਰੋਗੇ ਤਾਂ x/12 ਆਰਸ ਆਉਣਗੇ। ਕੁੱਲ ਤੈਅ ਕੀਤੀ ਦੂਰੀ ਬਰਾਬਰ 2x ਕਿਲੋਮੀਟਰ, ਕਿਉਂਕਿ ਉਹ x ਕਿਲੋਮੀਟਰ ਪਹਿਲੇ ਜਾਣ ਲੱਗੇ ਉਹਨੇ ਤੈਅ ਕੀਤੇ ਅਤੇ x ਕਿਲੋਮੀਟਰ ਹੀ ਉਹਨੇ ਆਉਣ ਲੱਗੇ ਤੈਅ ਕੀਤੇ, ਇਸ ਲਈ ਕੁੱਲ ਤੈਅ ਕੀਤੀ ਦੂਰੀ 2x ਕਿਲੋਮੀਟਰ ਹੈ। ਔਸਤ ਚਾਲ ਕੁੱਲ ਤੈਅ ਕੀਤੀ ਦੂਰੀ ਬਟਾ ਕੁੱਲ ਲੱਗਿਆ ਸਮਾਂ। ਔਸਤ ਚਾਲ ਬਰਾਬਰ 2x ਨੂੰ ਜੇ ਆਪਾਂ x/12 ਨਾਲ ਭਾਗ ਕਰੀਏ ਤਾਂ ਔਸਤ ਚਾਲ ਬਣਦੀ ਹੈ 24 ਕਿਲੋਮੀਟਰ ਪ੍ਰਤੀ ਆਰ। ਪ੍ਰਸ਼ਨ ਨੰਬਰ 4, ਇੱਕ ਮੋਟਰ ਬੋਟ ਇੱਕ ਝੀਲ ਵਿੱਚ ਵਿਰਾਮ ਅਵਸਥਾ ਤੋਂ ਸ਼ੁਰੂ ਹੋ ਕੇ ਇੱਕ ਸਿੱਧੀ ਰੇਖਾ ਵਿੱਚ ਗਤੀ ਕਰਦਿਆਂ ਹੋਇਆਂ 3 ਮੀਟਰ ਪ੍ਰਤੀ ਸੈਕਿੰਡ ਸਕੁਏਅਰ ਦੇ ਸਥਿਰ ਪ੍ਰਵੇਗ ਨਾਲ 8 ਸੈਕਿੰਡ ਤੱਕ ਚੱਲਦੀ ਹੈ। ਇਸ ਸਮੇਂ ਅੰਤਰਾਲ ਵਿੱਚ ਬੋਟ ਕਿੰਨੀ ਦੂਰੀ ਤੈਅ ਕਰਦੀ ਹੈ? ਆਓ ਇਸ ਦਾ ਉੱਤਰ ਜਾਣੀਏ। u ਬਰਾਬਰ 0 ਮੀਟਰ ਪ੍ਰਤੀ ਸੈਕਿੰਡ, ਕਿਉਂਕਿ ਬੋਟ ਜਿਹੜੀ ਵਿਰਾਮ ਅਵਸਥਾ ਤੋਂ ਸ਼ੁਰੂ ਹੋਈ ਹੈ। a ਬਰਾਬਰ 3 ਮੀਟਰ ਪ੍ਰਤੀ ਸੈਕਿੰਡ ਸਕੁਏਅਰ ਐਕਸਲਰੇਸ਼ਨ, ਕਿਉਂਕਿ ਉਹਦਾ ਸਥਿਰ ਪ੍ਰਵੇਗ 3 ਮੀਟਰ ਪ੍ਰਤੀ ਸੈਕਿੰਡ ਸਕੁਏਅਰ ਹੈ। t ਬਰਾਬਰ 8 ਸੈਕਿੰਡ, ਕਿਉਂਕਿ ਬੋਟ ਜਿਹੜੀ ਆ ਉਸ ਸਥਿਰ ਪ੍ਰਵੇਗ ਦੇ ਨਾਲ 8 ਸੈਕਿੰਡ ਤੱਕ ਚੱਲੀ ਹੈ। ਇਸ ਨੂਮੈਰੀਕਲ ਦੇ ਵਿੱਚ ਬੋਟ ਦੁਆਰਾ ਤੈਅ ਕੀਤੀ ਦੂਰੀ ਲੱਭਣ ਲਈ ਅਸੀਂ ਜਿਸ ਫਾਰਮੂਲੇ ਦੀ ਵਰਤੋਂ ਕਰਾਂਗੇ ਉਹ ਇਸ ਤਰ੍ਹਾਂ s ਬਰਾਬਰ ut ਜਮ੍ਹਾਂ 1/2 at ਸਕੁਏਅਰ। ਇਹਦੇ 'ਚ ਆਪਾਂ ਜਿਹੜੀਆਂ u, a ਅਤੇ t ਦੀਆਂ ਵੈਲਿਊਜ਼ ਨੇ ਉਹ ਭਰ ਦਿਆਂਗੇ। u ਦੀ 0, t ਦੀ 8, a ਦੀ 3, t ਦੀ 8। ਜਦੋਂ ਇਹਨੂੰ ਹੱਲ ਕੀਤਾ ਤਾਂ ਸਾਡਾ ਜਵਾਬ ਆਇਆ 96 ਮੀਟਰ। ਇਸ ਲਈ ਇਸ ਨੂਮੈਰੀਕਲ 'ਚ ਜੋ ਵੀ ਪੁੱਛਿਆ ਗਿਆ ਕਿ ਸਮੇਂ ਅੰਤਰਾਲ ਵਿੱਚ ਬੋਟ ਕਿੰਨੀ ਦੂਰੀ ਤੈਅ ਕਰੇਗੀ, ਉਹ ਬਣਦਾ 96 ਮੀਟਰ। ਪ੍ਰਸ਼ਨ ਨੰਬਰ 5, ਕਿਸੇ ਕਾਰ ਦਾ ਚਾਲਕ 52 ਕਿਲੋਮੀਟਰ ਪ੍ਰਤੀ ਆਰ ਦੀ ਗਤੀ ਨਾਲ ਚੱਲ ਰਹੀ ਕਾਰ ਵਿੱਚ ਬ੍ਰੇਕ ਲਗਾਉਂਦਾ ਹੈ ਅਤੇ ਉਲਟ ਦਿਸ਼ਾ ਵਿੱਚ ਇੱਕ ਸਮਾਨ ਦਰ ਨਾਲ ਪ੍ਰਵੇਗਿਤ ਹੁੰਦੀ ਹੈ ਅਤੇ ਕਾਰ 5 ਸੈਕਿੰਡ ਵਿੱਚ ਰੁਕ ਜਾਂਦੀ ਹੈ। ਦੂਜੀ ਕਾਰ ਦਾ ਚਾਲਕ 3 ਕਿਲੋਮੀਟਰ ਪ੍ਰਤੀ ਆਰ ਦੀ ਗਤੀ ਨਾਲ ਚੱਲ ਰਹੀ ਕਾਰ 'ਤੇ ਹੌਲੀ ਬ੍ਰੇਕ ਲਗਾਉਂਦਾ ਹੈ ਅਤੇ 10 ਸੈਕਿੰਡ ਵਿੱਚ ਕਾਰ ਰੁਕ ਜਾਂਦੀ ਹੈ। ਇੱਕ ਹੀ ਗ੍ਰਾਫ ਵਿੱਚ ਦੋਨੋਂ ਕਾਰਾਂ ਦੇ ਲਈ ਚਾਲ ਸਮਾਂ ਗ੍ਰਾਫ ਬਣਾਓ। ਬ੍ਰੇਕ ਲਗਾਉਣ ਤੋਂ ਬਾਅਦ ਦੋਨਾਂ ਵਿੱਚੋਂ ਕਿਹੜੀ ਕਾਰ ਜ਼ਿਆਦਾ ਦੂਰ ਤੱਕ ਜਾਵੇਗੀ? ਆਓ ਇਸ ਦਾ ਉੱਤਰ ਜਾਣੀਏ। ਦੇਖੋ ਇਹਦੇ ਵਿੱਚ 52 ਕਿਲੋਮੀਟਰ ਪ੍ਰਤੀ ਆਰ ਨੂੰ ਪਹਿਲੇ ਸਾਨੂੰ ਮੀਟਰ ਪ੍ਰਤੀ ਸੈਕਿੰਡ ਦੇ ਵਿੱਚ ਬਦਲਣਾ ਪੈਣਾ। ਇਹਨੂੰ ਬਦਲਣ ਲਈ ਅਸੀਂ ਇਹਨੂੰ 5/18 ਦੇ ਨਾਲ ਜਦੋਂ ਗੁਣਾ ਕਰਾਂਗੇ ਤਾਂ ਇਹਦਾ ਉੱਤਰ 14.4 ਮੀਟਰ ਪ੍ਰਤੀ ਸੈਕਿੰਡ ਆਏਗਾ। ਇਸੇ ਤਰ੍ਹਾਂ 3 ਕਿਲੋਮੀਟਰ ਪ੍ਰਤੀ ਆਰ ਨੂੰ ਜੇ ਆਪਾਂ ਮੀਟਰ ਪ੍ਰਤੀ ਸੈਕਿੰਡ ਦੇ ਵਿੱਚ ਤਬਦੀਲ ਕਰਨਾ ਚਾਹੁੰਦੇ ਹਾਂ ਤਾਂ ਇਹਨੂੰ ਵੀ 5/18 ਨਾਲ ਗੁਣਾ ਕਰਾਂਗੇ ਅਤੇ ਇਸ ਦਾ ਜਵਾਬ ਜਿਹੜਾ ਉਹ ਸਾਡੇ ਕੋਲ 0.83 ਮੀਟਰ ਆ ਰਿਹਾ, ਮੀਟਰ ਪ੍ਰਤੀ ਸੈਕਿੰਡ। ਗ੍ਰਾਫ ਜਿਹੜਾ
ਉਹ ਇੱਕ ਪਾਸੇ ਐਕਸ ਐਕਸਿਸ ਦੇ ਉੱਤੇ ਅਸੀਂ ਸਮਾਂ ਟਾਈਮ ਲਿਆ, ਵਾਈ ਐਕਸਿਸ ਦੇ ਉੱਪਰ ਆਪਾਂ ਸਪੀਡ ਲਈ ਮੀਟਰ ਪ੍ਰਤੀ ਸੈਕਿੰਡ ਦੇ ਵਿੱਚ। ਅਤੇ ਇਸ ਗ੍ਰਾਫ ਦਾ ਜਿਹੜਾ ਰੂਪ ਹੈ ਉਹ ਤੁਹਾਡੇ ਸਾਹਮਣੇ ਹੈ, ਇਸ ਤਰ੍ਹਾਂ ਬਣੇਗਾ। ਇੱਕ ਕੇਸ A ਹੈ, ਇੱਕ ਕੇਸ B ਹੈ, ਕਿਉਂਕਿ ਇੱਕ ਪਹਿਲੀ ਕਾਰ ਹੈ ਅਤੇ ਇੱਕ ਦੂਜੀ ਕਾਰ ਹੈ। ਉਹਨਾਂ ਦੋਵਾਂ ਨੂੰ ਆਪਾਂ ਇੱਕ ਰੰਗ ਅਲੱਗ-ਅਲੱਗ ਨਾਮ ਦੇ ਦਿੱਤੇ ਨੇ। ਇਸ ਤੋਂ ਬਾਅਦ ਆਪਾਂ ਇਹ ਦੇਖਣਾ ਕਿ ਕਿਹੜੀ ਕਾਰ ਨੇ ਕਿੰਨੀ ਦੂਰੀ ਤੈਅ ਕੀਤੀ ਹੈ। ਹੁਣ ਬ੍ਰੇਕ ਲਗਾਉਣ ਤੋਂ ਬਾਅਦ ਪਹਿਲੀ ਕਾਰ ਦੁਆਰਾ ਤੈਅ ਕੀਤੀ ਦੂਰੀ ਉਹ ਕੀ ਹੋਏਗੀ? ਜਿਹੜੀ ਤ੍ਰੈਭੁਜ ਤੁਸੀਂ ਗ੍ਰਾਫ ਦੇ ਵਿੱਚ ਦੇਖ ਰਹੇ ਹੋ OPR, ਇਸ ਦਾ ਖੇਤਰਫਲ ਉਹ ਕਿੱਦਾਂ ਕੱਢਾਂਗੇ? 1/2 ਗੁਣਾ OR ਗੁਣਾ OP ਬਰਾਬਰ 1/2 ਗੁਣਾ 5 ਗੁਣਾ 14.44 ਬਰਾਬਰ 36.1 ਮੀਟਰ। ਇਸੇ ਤਰ੍ਹਾਂ ਹੀ ਬ੍ਰੇਕ ਲਗਾਉਣ ਤੋਂ ਬਾਅਦ ਦੂਜੀ ਕਾਰ ਦੁਆਰਾ ਤੈਅ ਕੀਤੀ ਦੂਰੀ ਉਹ ਤ੍ਰੈਭੁਜ OSQ ਦਾ ਖੇਤਰਫਲ ਹੋਏਗਾ, ਯਾਨੀ ਕਿ 1/2 ਗੁਣਾ OQ ਗੁਣਾ OS ਬਰਾਬਰ 1/2 ਗੁਣਾ 10 ਗੁਣਾ 0.83 ਬਰਾਬਰ 4.15 ਮੀਟਰ। ਅਤੇ ਇਸ 'ਚ ਤੁਸੀਂ ਸਪਸ਼ਟ ਦੇਖ ਸਕਦੇ ਹੋ ਕਿ ਜਿਹੜੀ ਪਹਿਲੀ ਕਾਰ ਹੈ ਉਹਨੇ 36.1 ਮੀਟਰ ਦੂਰੀ ਤੈਅ ਕੀਤੀ ਹੈ ਅਤੇ ਦੂਸਰੀ ਕਾਰ ਨੇ ਬ੍ਰੇਕ ਲੱਗਣ ਤੋਂ ਬਾਅਦ 4.1 ਮੀਟਰ ਦੂਰੀ ਤੈਅ ਕੀਤੀ ਹੈ। ਅਤੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਹੜੀ ਪਹਿਲੀ ਕਾਰ ਹੈ ਉਹਨੇ ਬ੍ਰੇਕ ਲਗਾਉਣ ਤੋਂ ਬਾਅਦ ਜ਼ਿਆਦਾ ਦੂਰੀ ਤੈਅ ਕੀਤੀ ਹੈ। ਪ੍ਰਸ਼ਨ ਨੰਬਰ 6, ਚਿੱਤਰ 8.11 ਵਿੱਚ 3 ਵਸਤੂਆਂ A, B ਅਤੇ C ਦੇ ਦੂਰੀ ਸਮਾਂ ਗ੍ਰਾਫ ਪ੍ਰਦਰਸ਼ਿਤ ਹਨ। ਗ੍ਰਾਫ ਦਾ ਅਧਿਐਨ ਕਰਕੇ ਨਿਮਨ ਪ੍ਰਸ਼ਨਾਂ ਦੇ ਉੱਤਰ ਦਿਓ। ਗ੍ਰਾਫ ਤੁਹਾਡੇ ਸਾਹਮਣੇ ਹੈ। ਊੜਾ ਭਾਗ, ਇਹਨਾਂ ਤਿੰਨਾਂ ਵਿੱਚੋਂ ਕਿਹੜਾ ਸਭ ਤੋਂ ਤੇਜ਼ ਚੱਲ ਰਿਹਾ ਹੈ? ਐੜਾ ਭਾਗ, ਕੀ ਇਹ ਤਿੰਨੇ ਕਿਸੇ ਸਮੇਂ ਸੜਕ ਦੇ ਇੱਕ ਹੀ ਜਗ੍ਹਾ 'ਤੇ ਹੋਣਗੇ? ਈੜੀ ਭਾਗ, C ਕਿੰਨੀ ਦੂਰੀ ਤੈਅ ਕਰ ਚੁੱਕਿਆ ਹੋਵੇਗਾ ਜਦੋਂ B, A ਤੋਂ ਗੁਜ਼ਰਦਾ ਹੈ? ਸੱਸਾ ਭਾਗ ਹੈ, ਜਿਸ ਸਮੇਂ B C ਤੋਂ ਗੁਜ਼ਰਦਾ ਹੈ ਉਸ ਸਮੇਂ ਤੱਕ ਉਹ ਕਿੰਨੀ ਦੂਰੀ ਤੈਅ ਕਰ ਚੁੱਕਿਆ ਹੈ? ਗ੍ਰਾਫ ਦੇ ਦੇਖਣ 'ਤੇ ਜੋ ਵੀ ਸਾਨੂੰ ਸਮਝ ਆ ਰਿਹਾ, ਇਹਨਾਂ ਪ੍ਰਸ਼ਨਾਂ ਦੇ ਉੱਤਰ ਬੜੇ ਆਸਾਨੀ ਨਾਲ ਆਪਾਂ ਦੇ ਸਕਦੇ ਹਾਂ। ਊੜਾ ਭਾਗ, ਤੁਸੀਂ ਦੇਖ ਸਕਦੇ ਹੋ ਕਿ B ਸਭ ਤੋਂ ਤੇਜ਼ ਇਹ ਵਸਤੂ ਚੱਲ ਰਹੀ ਹੈ। ਐੜਾ ਭਾਗ, ਇਹ ਤਿੰਨੇ ਗ੍ਰਾਫ ਕਿਸੇ ਵੀ ਜਗ੍ਹਾ 'ਤੇ ਇੱਕ ਜਗ੍ਹਾ 'ਤੇ ਨਹੀਂ ਮਿਲ ਰਹੇ, ਇਸ ਕਰਕੇ ਇਹ ਸੜਕ ਦੇ ਇੱਕ ਹੀ ਜਗ੍ਹਾ 'ਤੇ ਕਦੀ ਵੀ ਨਹੀਂ ਹੋਣਗੇ, ਅਤੇ ਇਹਦਾ ਉੱਤਰ ਹੋਏਗਾ ਨਹੀਂ। ਈੜੀ ਭਾਗ, B ਜਦੋਂ A ਤੋਂ ਗੁਜ਼ਰਿਆ ਤੇ ਉਦੋਂ C ਨੇ 8 ਕਿਲੋਮੀਟਰ ਦੀ ਦੂਰੀ ਜਿਹੜੀ ਹੈ ਉਹ ਤੈਅ ਕੀਤੀ ਹੋਈ ਸੀ, ਇਸ ਲਈ ਇਹਦਾ ਉੱਤਰ 8 ਕਿਲੋਮੀਟਰ ਹੋਏਗਾ। ਸੱਸਾ ਭਾਗ, ਇਹਦਾ ਉੱਤਰ 5.14 ਕਿਲੋਮੀਟਰ ਹੈ। ਮਤਲਬ B C ਤੋਂ ਜਦੋਂ ਗੁਜ਼ਰਦਾ, ਤੁਸੀਂ ਦੇਖ ਸਕਦੇ ਹੋ B ਅਤੇ C ਕਿੱਥੇ ਕੱਟਣ ਡੇ ਨੇ ਇੱਕ ਦੂਜੇ ਨੂੰ ਆਪਸ ਦੇ ਵਿੱਚ, ਉਦੋਂ A ਦਾ ਗ੍ਰਾਫ ਜਿਹੜਾ ਉਹਦੇ ਥੱਲੇ ਜੋ ਵੀ ਮੁੱਲ ਹੋਏਗਾ ਉਹ ਇਸ ਪ੍ਰਸ਼ਨ ਦਾ ਉੱਤਰ ਹੋਏਗਾ, ਜੋ ਕਿ 5.14 ਕਿਲੋਮੀਟਰ ਬਣਦਾ ਹੈ। ਪ੍ਰਸ਼ਨ ਨੰਬਰ 7, 20 ਮੀਟਰ ਦੀ ਉਚਾਈ ਤੋਂ ਇੱਕ ਗੇਂਦ ਨੂੰ ਆਰਾਮ ਨਾਲ ਸੁੱਟਿਆ ਜਾਂਦਾ ਹੈ ਅਤੇ ਉਸ ਦਾ ਵੇਗ 10 ਮੀਟਰ ਪ੍ਰਤੀ ਸੈਕਿੰਡ ਸਕੁਏਅਰ ਦੇ ਇੱਕ ਸਮਾਨ ਪ੍ਰਵੇਗ ਦੀ ਦਰ ਨਾਲ ਵੱਧਦਾ ਹੈ, ਤਾਂ ਇਹ ਗੇਂਦ ਕਿਸ ਵੇਗ ਦੇ ਨਾਲ ਅਤੇ ਕਿੰਨੇ ਸਮੇਂ ਦੇ ਬਾਅਦ ਧਰਤੀ ਨਾਲ ਟਕਰਾਵੇਗੀ? ਆਓ ਇਸ ਦਾ ਉੱਤਰ ਜਾਣਦੇ ਹਾਂ। ਇਹਦੇ 'ਚ 20 ਮੀਟਰ ਦੀ ਉਚਾਈ ਹੈ, ਮਤਲਬ S ਬਰਾਬਰ 20 ਮੀਟਰ ਹੋ ਗਿਆ। ਵੇਗ 10 ਮੀਟਰ ਪ੍ਰਤੀ ਸੈਕਿੰਡ ਸਕੁਏਅਰ ਦਾ ਇੱਕ ਸਮਾਨ ਪ੍ਰਵੇਗ ਹੈ ਇਹਦਾ, A ਬਰਾਬਰ 10 ਮੀਟਰ ਪ੍ਰਤੀ ਸੈਕਿੰਡ ਸਕੁਏਅਰ ਹੋ ਗਿਆ। ਫਾਰਮੂਲਾ ਜਿਹੜਾ ਅਸੀਂ ਵਰਤਣਾ ਹੈ ਉਹ ਹੈ V ਸਕੁਏਅਰ ਮਾਈਨਸ U ਸਕੁਏਅਰ ਬਰਾਬਰ 2AS। ਇਹਦੇ 'ਚ ਆਪਾਂ U, A ਅਤੇ S ਦੇ ਮੁੱਲ ਭਰ ਦਿੱਤੇ ਅਤੇ ਸਾਡਾ V ਸਕੁਏਅਰ ਬਰਾਬਰ 400 ਆਏਗਾ। ਅਤੇ ਜਦੋਂ V ਦਾ ਮੁੱਲ ਕੱਢਣਾ ਅਤੇ 400 ਦਾ ਵਰਗਮੂਲ 20 ਆ ਗਿਆ, ਇਸ ਲਈ V ਬਰਾਬਰ 20 ਮੀਟਰ ਪ੍ਰਤੀ ਸਕਿੰਟ ਹੈ। ਦੂਸਰਾ ਫਾਰਮੂਲਾ ਜਿਹੜਾ ਅਸੀਂ ਵਰਤਾਂਗੇ ਉਹ ਹੈ V ਬਰਾਬਰ U ਜਮ੍ਹਾਂ AT।
ਇਹਦੇ 'ਚ ਵੀ ਵੀ ਯੂ ਅਤੇ ਏ ਦੇ ਮੁੱਲ ਜਦੋਂ ਅਸੀਂ ਭਰਾਂਗੇ ਤੇ ਉਹਦੇ 'ਚੋਂ ਟੀ ਦਾ ਮੁੱਲ ਜਿਹੜਾ ਉਹ 20/10 ਬਰਾਬਰ 2 ਸੈਕਿੰਡ ਆਏਗਾ। ਅਭਿਆਸ ਦਾ ਪ੍ਰਸ਼ਨ ਨੰਬਰ 8, ਕਿਸੇ ਕਾਰ ਦਾ ਚਾਲ ਸਮਾਂ ਗ੍ਰਾਫ ਚਿੱਤਰ 8.12 ਵਿੱਚ ਦਰਸਾਇਆ ਗਿਆ ਹੈ। ਗ੍ਰਾਫ ਤੁਹਾਡੇ ਸਾਹਮਣੇ ਹੈ। ਊੜੇ ਭਾਗ ਦਾ ਜੋ ਪ੍ਰਸ਼ਨ ਹੈ ਉਹ ਹੈ, ਪਹਿਲੇ 4 ਸਕਿੰਟਾਂ ਵਿੱਚ ਕਾਰ ਕਿੰਨੀ ਦੂਰੀ ਤੈਅ ਕਰਦੀ ਹੈ। ਇਸ ਸਮੇਂ ਅੰਤਰਾਲ ਵਿੱਚ ਕਾਰ ਦੁਆਰਾ ਤੈਅ ਕੀਤੀ ਗਈ ਦੂਰੀ ਨੂੰ ਗ੍ਰਾਫ ਵਿੱਚ ਕਾਲੇ ਖੇਤਰ ਦੁਆਰਾ ਦਰਸਾਓ। ਐੜਾ ਭਾਗ ਹੈ, ਗ੍ਰਾਫ ਦਾ ਕਿਹੜਾ ਹਿੱਸਾ ਕਾਰ ਦੀ ਇੱਕ ਸਮਾਨ ਗਤੀ ਨੂੰ ਦਰਸਾਉਂਦਾ ਹੈ। ਆਓ ਇਸ ਦਾ ਉੱਤਰ ਜਾਣੀਏ। ਊੜਾ ਭਾਗ ਤੈਅ ਕੀਤੀ ਦੂਰੀ ਬਰਾਬਰ ਚਾਲ ਸਮਾਂ ਗ੍ਰਾਫ ਹੇਠਾਂ ਦਾ ਖੇਤਰਫਲ, ਜਿਹੜਾ ਕਿ ਇੱਕ ਆਲਮੋਸਟ ਤ੍ਰੈਭੁਜ ਦੇ ਆਕਾਰ ਦਾ ਹੈ, ਅਤੇ ਉਹਦਾ ਖੇਤਰਫਲ 1/2 ਗੁਣਾ 4 ਗੁਣਾ 6 ਬਰਾਬਰ 12 ਮੀਟਰ ਹੈ। ਐੜਾ ਭਾਗ ਹੈ, 6 ਸੈਕਿੰਡ ਤੋਂ ਬਾਅਦ ਗ੍ਰਾਫ ਇੱਕ ਸਮਾਨ ਗਤੀ ਨੂੰ ਦਰਸਾਉਂਦਾ ਹੈ। ਦੇਖੋ ਗ੍ਰਾਫ ਤੁਸੀਂ ਧਿਆਨ ਨਾਲ ਜੇ ਦੇਖੋਗੇ 6 ਸਕਿੰਟ ਤੋਂ ਬਾਅਦ ਗ੍ਰਾਫ ਦੀ ਲਾਈਨ ਇੱਕਦਮ ਪੈਰਲਲ ਹੋ ਗਈ ਹੈ ਸਾਡੇ ਸਮਾਂ ਵਾਲੀ ਐਕਸਿਸ ਦੇ ਨਾਲ, ਇਸ ਲਈ ਇਹ 6 ਸੈਕਿੰਡ ਤੋਂ ਬਾਅਦ ਇੱਕ ਸਮਾਨ ਗਤੀ ਨੂੰ ਦਰਸਾ ਰਿਹਾ ਹੈ। ਰਹੀ ਗੱਲ ਇਹਨੂੰ ਊੜੇ ਭਾਗ ਦੇ ਵਿੱਚ ਲਿਖਿਆ ਗਿਆ ਕਿ ਕਾਲੇ ਖੇਤਰ ਦੁਆਰਾ ਦਰਸਾਓ। ਤੁਸੀਂ 0 ਤੋਂ 4 ਸੈਕਿੰਡ ਦਾ ਜਿਹੜਾ ਸਮੇਂ ਦੇ ਅੰਦਰ ਅੰਦਰ ਗ੍ਰਾਫ ਦਾ ਖੇਤਰਫਲ ਹੈ ਉਹਨੂੰ ਤੁਸੀਂ ਸ਼ੇਡ ਕਰ ਦਿਓਗੇ ਅਤੇ ਤੁਹਾਡਾ ਉੱਤਰ ਜਿਹੜਾ ਇਹ ਕੰਪਲੀਟ ਹੋ ਜਾਏਗਾ। ਅਭਿਆਸ ਦਾ ਪ੍ਰਸ਼ਨ ਨੰਬਰ 9, ਹੇਠ ਲਿਖਿਆਂ ਵਿੱਚੋਂ ਕਿਹੜੀਆਂ ਅਵਸਥਾਵਾਂ ਸੰਭਵ ਹਨ ਅਤੇ ਹਰ ਇੱਕ ਦੇ ਲਈ ਇੱਕ ਉਦਾਹਰਨ ਦੇਵੋ। ਊੜਾ ਭਾਗ, ਕੋਈ ਵਸਤੂ ਜਿਸ ਦਾ ਪ੍ਰਵੇਗ ਸਥਿਰ ਮਤਲਬ ਨਿਯਤ ਹੋਵੇ ਪਰ ਵੇਗ ਸਿਫਰ ਹੋਵੇ। ਐੜਾ ਭਾਗ, ਕੋਈ ਵਸਤੂ ਜਿਹੜੀ ਨਿਸ਼ਚਿਤ ਦਿਸ਼ਾ ਵਿੱਚ ਗਤੀ ਕਰ ਰਹੀ ਹੋਵੇ ਅਤੇ ਉਸ ਦਾ ਪ੍ਰਵੇਗ ਲੰਬਵਤ ਹੋਵੇ। ਇਸ ਦਾ ਉੱਤਰ ਇਸ ਤਰ੍ਹਾਂ ਹੋਵੇਗਾ। ਊੜਾ ਭਾਗ, ਦੇਖੋ ਕੋਈ ਵਸਤੂ ਜਿਸ ਦਾ ਪ੍ਰਵੇਗ ਸਥਿਰ ਪਰ ਵੇਗ ਸਿਫਰ ਹੋਵੇ, ਇਹ ਪੋਸੀਬਲ ਹੈ। ਇਹਦੀ ਇੱਕ ਉਦਾਹਰਨ ਦਿੱਤੀ ਜਾਂਦੀ ਹੈ। ਉੱਪਰ ਨੂੰ ਸੁੱਟੀ ਗਈ ਗੇਂਦ ਦਾ ਸਿਖਰ 'ਤੇ ਪਹੁੰਚ ਕੇ ਵੇਗ ਸਿਫਰ ਹੁੰਦਾ ਹੈ ਪਰ ਪ੍ਰਵੇਗ ਗੁਰਤਾ ਪ੍ਰਵੇਗ ਜਿੰਨਾ ਸਥਿਰ ਹੁੰਦਾ ਹੈ। ਗੁਰਤਾ ਪ੍ਰਵੇਗ ਜਿਹਨੂੰ ਆਪਾਂ ਜੀ ਕਹਿੰਦੇ ਹਾਂ 9.8 ਮੀਟਰ ਪ੍ਰਤੀ ਸਕਿੰਟ ਸਕੁਅਰ। ਐੜਾ ਭਾਗ, ਇਹ ਵੀ ਪੋਸੀਬਲ ਹੈ, ਇਹਨੂੰ ਵੀ ਹਾਂ ਲਿਖਾਂਗੇ। ਜਦੋਂ ਕੋਈ ਵਸਤੂ ਚੱਕਰਾਕਾਰ ਗਤੀ ਕਰਦੀ ਹੈ ਤਾਂ ਉਸ ਦਾ ਪ੍ਰਵੇਗ ਵਸਤੂ ਦੀ ਗਤੀ ਦੇ ਲੰਬਵਤ ਹੁੰਦਾ ਹੈ। ਅਭਿਆਸ ਦਾ ਪ੍ਰਸ਼ਨ ਨੰਬਰ 10, ਇੱਕ ਬਨਾਵਟੀ ਉਪਗ੍ਰਹਿ 42,250 ਕਿਲੋਮੀਟਰ ਅਰਧ ਵਿਆਸ ਦੇ ਚੱਕਰਾਕਾਰ ਗ੍ਰਹਿ ਪਥ ਵਿੱਚ ਘੁੰਮ ਰਿਹਾ ਹੈ। ਜੇਕਰ ਉਹ 24 ਘੰਟਿਆਂ ਵਿੱਚ ਧਰਤੀ ਦੀ ਪਰਿਕਰਮਾ ਕਰਦਾ ਹੈ ਤਾਂ ਉਸ ਦੀ ਚਾਲ ਪਤਾ ਕਰੋ। ਆਓ ਇਸ ਦਾ ਉੱਤਰ ਜਾਣੀਏ। ਅਰਧ ਵਿਆਸ ਬਰਾਬਰ ਆਰ ਬਰਾਬਰ 42,250 ਕਿਲੋਮੀਟਰ, ਸਮਾਂ ਜਿਸ ਨੂੰ ਆਪਾਂ ਟੀ ਨਾਲ ਲਿਖਾਂਗੇ 24 ਆਰਸ, ਚਾਲ ਬਰਾਬਰ ਦੂਰੀ ਬਟਾ ਸਮਾਂ ਹੁੰਦਾ ਹੈ। ਇਸ ਤੁਸੀਂ ਭਲੀ ਭਾਂਤੀ ਜਾਣੂ ਹੋ। ਇਸ ਲਈ ਚਾਲ ਬਰਾਬਰ 2πr/24। ਇਹਦੇ 'ਚ ਜਦੋਂ ਸਾਰੇ ਮੁੱਲ ਭਰ ਕੇ ਇਹਨੂੰ ਹੱਲ ਕਰਾਂਗੇ ਤਾਂ ਇਹਦਾ ਜਵਾਬ ਆਏਗਾ 3.07 ਕਿਲੋਮੀਟਰ ਪ੍ਰਤੀ ਸੈਕਿੰਡ। ਪਿਆਰੇ ਵਿਦਿਆਰਥੀਓ, ਆਓ ਹੁਣ ਕੁਝ ਹੋਰ ਇਸੇ ਅਭਿਆਸ ਨਾਲ ਜੁੜੇ ਮਹੱਤਵਪੂਰਨ ਪ੍ਰਸ਼ਨਾਂ ਦੇ ਉੱਤਰਾਂ 'ਤੇ ਇੱਕ ਝਾਤ ਮਾਰੀਏ। ਪ੍ਰਸ਼ਨ ਨੰਬਰ 1, ਇੱਕ ਵਸਤੂ ਦੁਆਰਾ ਕੁਝ ਦੂਰੀ ਤੈਅ ਕੀਤੀ ਗਈ, ਕੀ ਇਸ ਦਾ ਵਿਸਥਾਪਨ ਸਿਫਰ ਹੋ ਸਕਦਾ ਹੈ? ਜੇਕਰ ਹਾਂ ਤਾਂ ਆਪਣੇ ਉੱਤਰ ਨੂੰ ਉਦਾਹਰਨ ਨਾਲ ਸਮਝਾਓ। ਆਓ ਇਸ ਦਾ ਉੱਤਰ ਜਾਣੀਏ। ਹਾਂ, ਵਸਤੂ ਦੁਆਰਾ ਦੂਰੀ ਤੈਅ ਕਰਕੇ ਵੀ ਵਿਸਥਾਪਨ ਸਿਫਰ ਹੋ ਸਕਦਾ ਹੈ ਜਦੋਂ ਆਰੰਭਕ ਅਤੇ ਅੰਤਮ ਬਿੰਦੂ ਇੱਕੋ ਹੋਵੇ। ਉਦਾਹਰਨ ਵਜੋਂ ਅਸੀਂ ਘਰ ਤੋਂ ਸਕੂਲ ਅਤੇ ਸਕੂਲ ਤੋਂ ਘਰ ਜਾਂਦੇ ਹਾਂ। ਇਸ ਤਰ੍ਹਾਂ ਵਾਪਸ ਘਰ ਪਹੁੰਚ ਕੇ ਅਸੀਂ ਦੂਰੀ ਤਾਂ ਤੈਅ ਕੀਤੀ ਹੈ ਪਰ ਸਾਡਾ ਵਿਸਥਾਪਨ ਸਿਫਰ ਹੋ ਜਾਂਦਾ ਹੈ। ਪ੍ਰਸ਼ਨ ਨੰਬਰ 2, ਇੱਕ ਕਿਸਾਨ 10 ਮੀਟਰ ਦੀ ਭੁਜਾ ਵਾਲੇ ਇੱਕ ਵਰਗਾਕਾਰ
ਖੇਤ ਦੀ ਸੀਮਾ 'ਤੇ 40 ਸਕਿੰਟ ਵਿੱਚ ਇੱਕ ਚੱਕਰ ਲਗਾਉਂਦਾ ਹੈ, 2 ਮਿੰਟ ਅਤੇ 20 ਸੈਕਿੰਡ ਦੇ ਬਾਅਦ ਕਿਸਾਨ ਦੇ ਵਿਸਥਾਪਨ ਦੀ ਮਾਤਰਾ ਕਿੰਨੀ ਹੋਵੇਗੀ? ਆਓ ਇਹਦਾ ਉੱਤਰ ਜਾਣੀਏ। ਮੰਨ ਲਓ ਕਿਸਾਨ A ਬਿੰਦੂ ਤੋਂ ਚੱਲਦਾ ਹੈ। ਕਿਸਾਨ ਦੁਆਰਾ ਇੱਕ ਚੱਕਰ ਲਗਾਉਣ ਲਈ ਲੱਗਿਆ ਸਮਾਂ 40 ਸਕਿੰਟ ਹੈ। ਕੁੱਲ ਸਮਾਂ 2 ਮਿੰਟ 20 ਸੈਕਿੰਡ ਜਿਹੜਾ ਕਿ 140 ਸੈਕਿੰਡ ਬਣਦਾ ਹੈ। ਇਸ ਲਈ ਕਿਸਾਨ 2 ਮਿੰਟ 20 ਸੈਕਿੰਡ ਬਾਅਦ ਬਿੰਦੂ C 'ਤੇ ਹੋਵੇਗਾ। ਇਸ ਲਈ ਕੁੱਲ ਵਿਸਥਾਪਨ ਹੋਵੇਗਾ AC, ਜਿਹਨੂੰ ਕਿ ਆਪਾਂ ਪਾਈਥਾਗੋਰਸ ਦੀ ਥਿਊਰਮ ਦੀ ਮਦਦ ਦੇ ਨਾਲ ਕੱਢ ਸਕਦੇ ਹਾਂ। AC ਬਰਾਬਰ ਵਰਗਮੂਲ AB ਵਰਗ ਜਮਾ BC ਵਰਗ ਬਰਾਬਰ ਵਰਗਮੂਲ 10 ਦਾ ਵਰਗ ਜਮਾ 10 ਦਾ ਵਰਗ ਬਰਾਬਰ ਵਰਗਮੂਲ 100 ਜਮਾ 100 ਵਰਗਮੂਲ 200, ਜਿਹਦਾ ਮੁੱਲ ਬਣਦਾ 10 ਵਰਗਮੂਲ 2 ਮੀਟਰ। ਪ੍ਰਸ਼ਨ ਨੰਬਰ 3, ਵਿਸਥਾਪਨ ਲਈ ਹੇਠ ਲਿਖਿਆਂ ਵਿੱਚੋਂ ਕੀ ਸਹੀ ਹੈ? ਊੜਾ ਭਾਗ, ਇਹ ਸਿਫਰ ਨਹੀਂ ਹੋ ਸਕਦਾ। ਐੜਾ, ਇਸ ਦੀ ਮਾਤਰਾ ਵਸਤੂ ਦੁਆਰਾ ਤੈਅ ਕੀਤੀ ਗਈ ਦੂਰੀ ਤੋਂ ਜ਼ਿਆਦਾ ਹੁੰਦੀ ਹੈ। ਪਿਆਰੇ ਵਿਦਿਆਰਥੀਓ, ਤੁਸੀਂ ਇਸ ਅਭਿਆਸ ਨੂੰ ਚੰਗੀ ਤਰ੍ਹਾਂ ਕੀਤਾ ਹੋਇਆ। ਕਈ ਅਸੀਂ ਪ੍ਰਸ਼ਨ ਪਹਿਲਾਂ ਵੀ ਕਰ ਲਏ ਨੇ। ਇਹਦਾ ਉੱਤਰ ਤਾਂ ਬਹੁਤ ਹੀ ਸਪਸ਼ਟ ਹੈ। ਊੜੇ ਭਾਗ ਵਿੱਚ ਲਿਖਿਆ ਹੈ ਕਿ ਵਿਸਥਾਪਨ ਲਈ ਹੇਠ ਲਿਖਿਆਂ ਵਿੱਚੋਂ ਕੀ ਸਹੀ ਹੈ, ਕਿ ਇਹ ਸਿਫਰ ਨਹੀਂ ਹੋ ਸਕਦਾ। ਇਹ ਤਾਂ ਬਿਲਕੁਲ ਗਲਤ ਹੈ। ਵਿਸਥਾਪਨ ਸਿਫਰ ਹੋ ਸਕਦਾ। ਤੁਸੀਂ ਕਈ ਉਦਾਹਰਨਾਂ ਪਹਿਲੇ ਉੱਤਰਾਂ ਦੇ ਵਿੱਚ ਦੇਖੀਆਂ ਨੇ। ਦੂਸਰਾ ਉਹਨੇ ਲਿਖਿਆ ਇਸ ਦੀ ਮਾਤਰਾ ਵਸਤੂ ਦੁਆਰਾ ਤੈਅ ਕੀਤੀ ਗਈ ਦੂਰੀ ਤੋਂ ਜ਼ਿਆਦਾ ਹੁੰਦੀ ਹੈ। ਇਹ ਵੀ ਬਿਲਕੁਲ ਗਲਤ ਹੈ। ਦੇਖੋ, ਇਹ ਜਾਂ ਤਾਂ ਉਹਦੇ ਬਰਾਬਰ ਹੋਏਗੀ ਜਾਂ ਉਹਦੇ ਤੋਂ ਘੱਟ ਹੋਏਗੀ। ਪ੍ਰਸ਼ਨ ਨੰਬਰ 4, ਚਾਲ ਅਤੇ ਵੇਗ ਵਿੱਚ ਅੰਤਰ ਦੱਸੋ। ਚਾਲ ਅਤੇ ਵੇਗ ਵਿੱਚ ਅੰਤਰ ਦੱਸੋ। ਇੱਕ ਪਾਸੇ ਆਪਾਂ ਚਾਲ ਲਿਖਾਂਗੇ ਇਹਦੇ ਉੱਤਰ 'ਚ, ਇੱਕ ਪਾਸੇ ਵੇਗ। ਪਹਿਲਾ ਪੁਆਇੰਟ ਜਿਹੜਾ ਦੋਨਾਂ ਦਾ, ਉਹਦੇ 'ਚ ਆਪਾਂ ਫਰਕ ਲੱਭਾਂਗੇ। ਦੂਰੀ ਤੈਅ ਕਰਨ ਦੀ ਦਰ ਨੂੰ ਚਾਲ ਕਹਿੰਦੇ ਹਨ ਅਤੇ ਵਿਸਥਾਪਨ ਬਦਲਣ ਦੀ ਦਰ ਨੂੰ ਵੇਗ ਕਹਿੰਦੇ ਹਨ। ਸੋ ਇਹ ਪਹਿਲਾ ਫਰਕ ਹੋ ਗਿਆ। ਦੂਸਰਾ, ਇਹਨਾਂ ਦੇ ਫਾਰਮੂਲੇ, ਚਾਲ ਬਰਾਬਰ ਦੂਰੀ ਬਟਾ ਸਮਾਂ ਅਤੇ ਵੇਗ ਬਰਾਬਰ ਵਿਸਥਾਪਨ ਬਟਾ ਸਮਾਂ। ਤੀਸਰਾ, ਇਹ ਇੱਕ ਸਕੇਲਰ ਰਾਸ਼ੀ ਹੈ ਚਾਲ ਜਿਹੜੀ ਹੈ, ਅਤੇ ਵੇਗ ਜਿਹੜੀ ਹੈ ਉਹ ਇੱਕ ਵੈਕਟਰ ਰਾਸ਼ੀ ਹੈ। 4 ਨੰਬਰ, ਕਿਸੇ ਗਤੀ ਕਰ ਰਹੀ ਵਸਤੂ ਦੀ ਚਾਲ ਸਿਫਰ ਨਹੀਂ ਹੋ ਸਕਦੀ, ਪਰ ਕਿਸੇ ਗਤੀ ਕਰ ਰਹੀ ਵਸਤੂ ਦਾ ਵਿਸਥਾਪਨ ਸਿਫਰ ਹੋ ਸਕਦਾ ਹੈ। 5ਵਾਂ ਜਿਹੜਾ ਇਹਨਾਂ ਦਾ ਅੰਤਰ ਹੈ, ਇਸ ਦੀ ਕੀਮਤ ਰਿਣਾਤਮਕ ਨਹੀਂ ਹੋ ਸਕਦੀ, ਪਰ ਵੇਗ ਦੀ ਕੀਮਤ ਜਿਹੜੀ ਹੈ ਉਹ ਰਿਣਾਤਮਕ ਹੋ ਸਕਦੀ ਹੈ। ਪ੍ਰਸ਼ਨ ਨੰਬਰ 5, ਕਿਹੜੀਆਂ ਅਵਸਥਾਵਾਂ ਵਿੱਚ ਔਸਤ ਵੇਗ ਦੀ ਮਾਤਰਾ ਔਸਤ ਚਾਲ ਦੇ ਬਰਾਬਰ ਹੁੰਦੀ ਹੈ? ਇਹਦਾ ਉੱਤਰ ਤਾਂ ਬਹੁਤ ਹੀ ਸਧਾਰਨ ਹੈ। ਜਦੋਂ ਵਸਤੂ ਇੱਕ ਸਿੱਧੀ ਰੇਖਾ ਵਿੱਚ ਗਤੀ ਕਰਦੀ ਹੈ। ਪ੍ਰਸ਼ਨ ਨੰਬਰ 6, ਸਵੈ ਚਾਲਿਤ ਵਾਹਨ ਦਾ ਓਡੋਮੀਟਰ ਕੀ ਮਾਪਦਾ ਹੈ? ਤੁਸੀਂ ਵੀ ਵਾਹਨ ਚਲਾਉਂਦੇ ਹੋਵੋਗੇ, ਮੋਟਰਸਾਈਕਲਾਂ 'ਤੇ, ਮੋਪੜਾਂ 'ਤੇ, ਕਾਰਾਂ ਦੇ ਵਿੱਚ ਇੱਕ ਮੀਟਰ ਲੱਗਾ ਹੁੰਦਾ, ਉਹਦਾ ਨਾਮ ਹੈ ਓਡੋਮੀਟਰ। ਉਹ ਕੀ ਮਾਪਦਾ ਹੈ? ਓਡੋਮੀਟਰ ਪਿਆਰੇ ਵਿਦਿਆਰਥੀਓ ਯਾਦ ਰੱਖਿਓ ਕਿ ਇਹ ਤੈਅ ਕੀਤੀ ਦੂਰੀ ਨੂੰ ਮਾਪਦਾ। ਸੋ ਇਸ ਦਾ ਉੱਤਰ ਕੀ ਹੋਏਗਾ? ਵਾਹਨ ਦੁਆਰਾ ਤੈਅ ਕੀਤੀ ਗਈ ਦੂਰੀ। ਪ੍ਰਸ਼ਨ ਨੰਬਰ 7, ਜਦੋਂ ਇੱਕ ਵਸਤੂ ਇੱਕ ਸਮਾਨ ਗਤੀ ਵਿੱਚ ਹੁੰਦੀ ਹੈ ਤਾਂ ਉਸ ਦਾ ਮਾਰਗ ਕਿਹੋ ਜਿਹਾ ਦਿਖਾਈ ਦਿੰਦਾ ਹੈ? ਇਸ ਦਾ ਉੱਤਰ ਹੈ ਇੱਕ ਸਰਲ ਜਾਂ ਸਿੱਧੀ ਰੇਖਾ। ਪ੍ਰਸ਼ਨ ਨੰਬਰ 8, ਇੱਕ ਪ੍ਰਯੋਗ ਦੇ ਦੌਰਾਨ ਪੁਲਾੜ ਯਾਨ ਤੋਂ ਇੱਕ ਸਿਗਨਲ ਨੂੰ ਧਰਤੀ ਤੱਕ ਪਹੁੰਚਣ ਲਈ 5 ਮਿੰਟ ਦਾ ਸਮਾਂ ਲੱਗਦਾ ਹੈ। ਧਰਤੀ 'ਤੇ ਸਥਿਤ ਸਟੇਸ਼ਨ ਤੋਂ ਉਸ ਪੁਲਾੜ ਯਾਨ ਦੀ ਦੂਰੀ ਕਿੰਨੀ ਹੈ? ਅਤੇ ਇਹ ਵੀ ਦਿੱਤਾ ਗਿਆ ਕਿ ਸਾਨੂੰ ਸਿਗਨਲ ਦੀ ਚਾਲ ਬਰਾਬਰ ਪ੍ਰਕਾਸ਼ ਦੀ ਚਾਲ ਬਰਾਬਰ 3 × 10⁸ ਮੀਟਰ ਪ੍ਰਤੀ ਸਕਿੰਟ। ਆਓ ਇਸ ਦਾ ਉੱਤਰ ਜਾਣੀਏ। ਦੇਖੋ, ਇਹਦੇ 'ਚ ਪਿਆਰੇ ਵਿਦਿਆਰਥੀਓ ਚਾਲ ਹੈਗੀ ਆ 3 × 10⁸ ਮੀਟਰ ਪ੍ਰਤੀ ਸਕਿੰਟ। ਸਮਾਂ 5 ਮਿੰਟ ਹੈ, ਇਹਨੂੰ ਆਪਾਂ ਸਕਿੰਟਾਂ 'ਚ ਤਬਦੀਲ ਕੀਤਾ, ਇਹ ਬਣੇ 300 ਸਕਿੰਟ। ਹੁਣ ਅਸੀਂ ਜਾਣਦੇ ਹਾਂ ਕਿ ਚਾਲ ਜਿਹੜੀ ਹੈ ਉਹ ਬਰਾਬਰ ਦੂਰੀ ਬਟਾ ਸਮਾਂ ਹੁੰਦੀ ਹੈ। ਅਤੇ ਜਦੋਂ ਆਪਾਂ ਦੇਖੋ ਸਾਡੇ ਕੋਲ ਜੇ ਆਪਾਂ ਦੂਰੀ ਨੂੰ ਕੱਢਣਾ ਤਾਂ ਚਾਲ ਨੂੰ ਸਮੇਂ ਦੇ ਨਾਲ ਗੁਣਾ ਕਰਨਾ ਪਏਗਾ।
ਸੋ ਚਾਲ ਹੈ 3 ਗੁਣਾ 10 ਦੀ ਘਾਤ 8, ਉਹਨੂੰ ਜਦੋਂ ਅਸੀਂ 300 ਨਾਲ ਗੁਣਾ ਕੀਤਾ ਤੇ ਇਹਦਾ ਉੱਤਰ ਆ ਰਿਹਾ 9.0 ਗੁਣਾ 10 ਦੀ ਘਾਤ 10 ਮੀਟਰ। ਪ੍ਰਸ਼ਨ ਨੰਬਰ 9, ਤੁਸੀਂ ਕਿਸੇ ਵਸਤੂ ਬਾਰੇ ਕਦੋਂ ਕਹੋਗੇ ਕਿ ਨੰਬਰ 1 ਉਹ ਇੱਕ ਸਮਾਨ ਪ੍ਰਵੇਗ ਨਾਲ ਗਤੀ ਵਿੱਚ ਹੈ, ਨੰਬਰ 2 ਉਹ ਅਸਮਾਨ ਪ੍ਰਵੇਗ ਨਾਲ ਗਤੀ ਵਿੱਚ ਹੈ। ਇਸ ਦਾ ਉੱਤਰ ਇਸ ਤਰ੍ਹਾਂ ਹੋਏਗਾ। ਪਹਿਲਾ ਜਿਹੜਾ ਪ੍ਰਸ਼ਨ ਪੁੱਛਿਆ ਸੀ ਉਹਦਾ ਉੱਤਰ ਇੱਕ ਸਮਾਨ ਪ੍ਰਵੇਗ, ਜਦੋਂ ਕੋਈ ਗਤੀ ਕਰ ਰਹੀ ਵਸਤੂ ਸਮਾਨ ਸਮਾਂ ਅੰਤਰਾਲਾਂ ਵਿੱਚ ਸਮਾਨ ਪ੍ਰਵੇਗ ਬਦਲਦੀ ਹੈ ਤਾਂ ਉਹ ਇੱਕ ਸਮਾਨ ਪ੍ਰਵੇਗ ਨਾਲ ਗਤੀ ਵਿੱਚ ਹੈ। ਦੂਸਰਾ ਅਸਮਾਨ ਪ੍ਰਵੇਗ, ਜਦੋਂ ਕੋਈ ਗਤੀ ਕਰ ਰਹੀ ਵਸਤੂ ਸਮਾਨ ਸਮਾਂ ਅੰਤਰਾਲਾਂ ਵਿੱਚ ਅਸਮਾਨ ਪ੍ਰਵੇਗ ਬਦਲਦੀ ਹੈ ਤਾਂ ਉਹ ਅਸਮਾਨ ਪ੍ਰਵੇਗ ਨਾਲ ਗਤੀ ਵਿੱਚ ਹੈ।